ਸੋ +2 ਕਲਾਸ ਜੋ ਤੁਹਾਨੂੰ 5 ਟਾਈਪਸ ਦੇ ਬੱਚੇ ਐਂਜ਼ਾਈਮਸ ਪੜ੍ਹਾਏ ਸੀਗੇ ਉਹਨਾਂ ਦੇ ਵਿੱਚੋਂ ਦੀ ਸਭ ਤੋਂ ਇੰਪੋਰਟੈਂਟ ਹੁਣ ਐਂਜ਼ਾਈਮਸ ਜਿਹੜੇ ਕਿ ਜ਼ਿਆਦਾ ਯੂਜ਼ ਹੋਣੇ ਆ ਬਾਇਓਟੈਕਨੋਲੋਜੀ ਦੇ ਵਿੱਚ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ ਐਂਜ਼ਾਈਮ ਹੈ ਜਿਨ੍ਹਾਂ ਨੂੰ ਕਿ ਮੋਲੀਕੂਲਰ ਸੀਜ਼ਰ ਵੀ ਕਿਹਾ ਜਾਂਦਾ ਹੈ ਨਾ। ਸੋ ਉਹਨਾਂ ਦੇ ਬਾਰੇ ਵਿੱਚ ਸੁਣੋ। ਸਟੀਵਰਟ ਲਿਨ ਤੇ ਵਾਰਨਰ ਆਰਬਰ ਜਿਹੜੇ ਸੀਗੇ ਉਹਨਾਂ ਨੇ 1963 ਦੇ ਵਿੱਚ ਸਭ ਤੋਂ ਪਹਿਲਾਂ ਆਈਸੋਲੇਟ ਕੀਤਾ ਸੀਗਾ ਇਹਨਾਂ ਨੂੰ ਦੋ, ਠੀਕ ਹੈ। ਉਹਨਾਂ ਨੇ ਆਈਸੋਲੇਟ ਕੀਤੇ ਸੀ 2 ਐਂਜ਼ਾਈਮਸ, ਠੀਕ। ਸੋ ਜਿਨ੍ਹਾਂ ਨੇ ਕੀ ਕੀਤਾ ਸੀਗਾ ਕਿ ਬੈਕਟੀਰੀਓਫੇਜ ਦੀ ਜਿਹੜੀ ਗਰੋਥ ਸੀ ਨਾ ਬੈਕਟੀਰੀਅਮ ਈਕੋਲਾਈ ਦੇ ਵਿੱਚ ਉਹਨੂੰ ਰਿਸਟ੍ਰਿਕਟ ਕਰ ਦਿੱਤਾ ਸੀ ਇਹਨਾਂ ਦੋਨੋਂ ਐਂਜ਼ਾਈਮਸ ਨੇ। ਤੁਹਾਨੂੰ ਹੁਣ ਪਤਾ ਹੋਣਾ ਚਾਹੀਦਾ ਕਿ ਬੈਕਟੀਰੀਓਫੇਜ ਕੌਣ ਹੁੰਦੇ ਆ? ਵਾਇਰਸਿਸ, ਹੈ ਨਾ, ਠੀਕ ਹੈ, ਜਿਹੜੇ ਕਿ ਬੈਕਟੀਰੀਆ ਦੇ ਉੱਤੇ ਅਟੈਕ ਕਰਦੇ ਆ। ਇਹ ਜਿਹੜੇ 2 ਐਂਜ਼ਾਈਮ ਸੀਗੇ ਉਹਨਾਂ ਵਿੱਚੋਂ ਦੀ ਇੱਕ ਐਂਜ਼ਾਈਮ ਦਾ ਉਹਨੇ ਸ਼ੁਰੂ 'ਚ ਕੀ ਕੀਤਾ ਕਿ ਡੀਐਨਏ ਦੇ ਅੰਦਰ ਇੱਕ ਮਿਥਾਈਲ ਗਰੁੱਪ ਐਡ ਕਰ ਦਿੱਤਾ ਤੇ ਦੂਸਰਾ ਐਂਜ਼ਾਈਮ ਜਿਹੜਾ ਸੀਗਾ ਉਹਨੇ ਡੀਐਨਏ ਜਿਹੜਾ ਉਹਦੇ ਟੁਕੜੇ ਕਰ ਦਿੱਤੇ, ਉਹਦੀ ਕਟਿੰਗ ਕਰ ਦਿੱਤੀ। ਇਸ ਕਰਕੇ ਸੈਕਿੰਡ ਐਂਜ਼ਾਈਮ ਨੂੰ ਨਾਮ ਦਿੱਤਾ ਗਿਆ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼। ਸਭ ਤੋਂ ਪਹਿਲਾਂ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਜਿਹੜਾ ਸੀ ਕਿਸੇ ਪਰਟੀਕੂਲਰ ਸੀਕੁਐਂਸ ਦੇ ਉੱਤੇ ਤੁਹਾਨੂੰ ਮੈਂ ਸਮਝਾਇਆ ਕਿ ਵਰਕ ਕਰਦਾ, ਮੈਂ ਡਾਇਗਰਾਮਸ ਵੀ ਦਿਖਾਈਆਂ। ਡੀਐਨਏ ਨੂੰ ਕੱਟ ਕਰਦਾ ਕਿਸੇ ਪਰਟੀਕੂਲਰ ਸੀਕੁਐਂਸ ਤੋਂ, ਉਹ ਆਈਸੋਲੇ ਅਲੱਗ ਕੀਤਾ ਗਿਆ ਸੀ ਐਚ.ਓ. ਸਮਿਥ ਦੇ ਦੁਆਰਾ, ਜੋ ਵਿਲਕੌਕਸ ਦੇ ਦੁਆਰਾ, ਟੀ.ਜੇ. ਕੈਲੀ ਦੇ ਦੁਆਰਾ ਇਨ 1968 ਦੇ ਵਿੱਚ। ਦੇਖੋ ਹੈ ਨਾ। ਸੋ ਪਹਿਲਾਂ ਕੀ ਹੈ ਕਿ ਵੀ ਸਭ ਤੋਂ ਪਹਿਲਾਂ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਆਈਸੋਲੇਟ ਕੀਤਾ ਗਿਆ ਸੀ ਜਿਹਦੇ ਕਿ 2 ਫੰਕਸ਼ਨ ਸੀਗੇ। ਖਾਸ ਤੌਰ ਤੇ ਕਿਹੜਾ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਕੀਤੇ ਗਏ ਸੀ ਆਈਸੋਲੇਟ? ਉਹਨਾਂ ਵਾਇਰਸਿਸ ਦੇ ਜਿਹੜੇ ਕਿ ਵਾਇਰਸਿਸ ਬੈਕਟੀਰੀਆ ਦੇ ਉੱਤੇ ਅਟੈਕ ਕਰਦੇ ਸੀਗੇ, ਠੀਕ ਹੈ। ਸੋ ਉਹਨਾਂ ਦੇ ਲਈ ਐਂਜ਼ਾਈਮਸ ਆਈਸੋਲੇਟ ਕੀਤੇ ਗਏ ਸੀ, ਹੈ ਨਾ। ਸੋ ਬਾਅਦ ਦੇ ਵਿੱਚ ਜਿਹੜੇ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ ਡੀਐਨਏ ਨੂੰ ਕਲੀਵ ਕਰਦੇ ਆ, ਠੀਕ ਆ, ਉਹਨਾਂ ਦੀ ਫਿਰ ਤੋਂ ਦੁਬਾਰਾ ਡਿਸਕਵਰੀ ਹੋਈ 1968 ਦੇ ਵਿੱਚ, ਹੈ ਨਾ, ਠੀਕ ਆ। ਸੋ ਇਹ ਕਿਹੜੇ ਬੈਕਟੀਰੀਆ ਦੇ ਵਿੱਚ ਪਾਏ ਗਏ ਸੀ ਇਹ ਵੀ ਦੇਖਣਾ ਹੈਗਾ ਨਾ। ਉਹ ਕਿਹੜੇ ਬੈਕਟੀਰੀਆ ਵਾਇਰਸਿਸ ਦੇ ਡੀਐਨਏ ਨੂੰ ਤੋੜਦੇ ਸੀ ਜਿਹੜੇ ਬੈਕਟੀਰੀਆ ਉੱਤੇ ਅਟੈਕ ਕਰਦੇ ਸੀ। ਇਹ ਰਿਸਟ੍ਰਿਕਸ਼ਨ ਐਂਡੋਨਿਊਕਲੀਏਸਿਸ ਕਿਹੜੇ ਬੈਕਟੀਰੀਆ ਤੋਂ ਲਏ ਗਏ ਸੀ? ਹੀਮੋਫਾਈਲਸ ਇਨਫਲੂਐਂਜ਼ੀਏ, ਹੈ ਨਾ, ਜਿਹਨੂੰ ਕਿ ਅਸੀਂ HIND2 ਵੀ ਕਹਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ ਨਾ। ਇਸ ਐਂਜ਼ਾਈਮ ਬੈਕਟੀਰੀਆ ਨੂੰ ਅਸੀਂ HIND2 ਵੀ ਕਹਿੰਦੇ ਹਾਂ, ਹੈ ਨਾ। ਸੋ ਬਾਅਦ ਵਿੱਚ ਇਹ ਦੇਖਿਆ ਗਿਆ ਕਿ HIND2 ਜਿਹੜਾ ਹੈਗਾ ਨਾ, ਇਹ ਜਿਹੜਾ ਐਂਜ਼ਾਈਮ, ਠੀਕ ਆ, ਅਸੀਂ ਆਈਸੋਲੇਟ ਕੀਤਾ ਹੈਗਾ ਬੈਕਟੀਰੀਅਮ ਤੋਂ HIND2। ਇਹ ਕੀ ਕਰਦਾ ਹੈਗਾ? ਡੀਐਨਏ ਨੂੰ ਹਮੇਸ਼ਾ ਹੀ ਕੱਟ ਕਰਦਾ ਖਾਸ ਪੁਆਇੰਟ ਤੋਂ, ਖਾਸ ਕਿਸਮ ਦੇ ਸੀਕੁਐਂਸਿਸ ਤੋਂ ਜਿਹੜਾ ਕਿ ਕਿੰਨੇ ਬੇਸ ਪੇਅਰਸ ਦਾ ਬਣਿਆ ਹੋਇਆ, ਕਿਉਂਕਿ ਤੁਹਾਨੂੰ ਪਤਾ ਹੀ ਕਿ ਡੀਐਨਏ ਬੇਸ ਪੇਅਰਸ ਦਾ ਬਣਿਆ ਹੋਇਆ। 6 ਬੇਸ ਪੇਅਰਸ ਦਾ ਜਿਹੜਾ ਡੀਐਨਏ ਹੈ ਨਾ ਉੱਥੋਂ ਦੀ ਕੱਟ ਕਰਦਾ ਸੀ ਇਹ HIND2 ਬੱਚੇ। ਇਹ HIND2 ਕੌਣ ਹੈ? ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ ਹੈ। ਜਿਹੜਾ ਸਪੈਸੀਫਿਕ ਸੀਕੁਐਂਸ ਜਿਹੜਾ ਇਸ ਐਂਜ਼ਾਈਮ ਨੇ ਕੱਟ ਕੀਤਾ ਉਹਨੂੰ ਅਸੀਂ ਰੈਕੋਗਨੀਸ਼ਨ ਸੀਕੁਐਂਸ ਵੀ ਕਹਿ ਦਿੰਦੇ ਹਾਂ, ਹੈ ਨਾ। 6 ਬੇਸ ਵਾਲੇ ਸੀਕੁਐਂਸ ਨੂੰ ਇਹ ਕੱਟਦਾ ਸੀ, ਓਕੇ, ਠੀਕ ਹੈ। HIND2 ਤੋਂ ਇਲਾਵਾ, ਠੀਕ ਹੈ, 900 ਤੋਂ ਵੀ ਜ਼ਿਆਦਾ ਜਿਹੜੇ ਐਂਜ਼ਾਈਮਸ ਹੈਗੇ ਆ ਆਈਸੋਲੇਟ ਕੀਤੇ ਗਏ ਆ 230 ਸਟੇਨਸ ਦੇ ਵਿੱਚੋਂ ਬੈਕਟੀਰੀਆ ਦੇ। ਸੋ ਬੈਕਟੀਰੀਆ ਦੇ ਵਿੱਚੋਂ ਦੀ ਨਿਕਾਲੇ ਆ ਅਸੀਂ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ ਤੇ ਉਹਨਾਂ ਨੂੰ 3 ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਰੱਖਿਆ ਹੋਇਆ, ਠੀਕ। ਸੋ ਰਿਸਟ੍ਰਿਕਸ਼ਨ ਟਾਈਪ 1, ਟਾਈਪ 2, ਟਾਈਪ 3। ਟਾਈਪ 1 ਦੀ ਜਿਹੜੀ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ ਹੈ ਉਹ 2 ਤਰ੍ਹਾਂ ਦੇ ਫੰਕਸ਼ਨ ਕਰਦੇ ਆ। ਉਹ ਰਿਸਟ੍ਰਿਕਸ਼ਨ ਤਾਂ ਕਰਦੇ ਆ ਪਰ ਉਹ ਮੋਡੀਫਿਕੇਸ਼ਨ ਵੀ ਕਰ ਦਿੰਦੇ ਆ ਬੱਚੇ। ਡੀਐਨਏ ਦੇ ਵਿੱਚ ਮੋਡੀਫਿਕੇਸ਼ਨ ਦਾ ਮੈਂ ਤੁਹਾਨੂੰ ਉੱਪਰ ਵੀ ਦੱਸਿਆ, ਠੀਕ ਹੈ। ਸੋ ਮਿਥਾਈਲ ਗਰੁੱਪ ਐਡ ਕਰ ਦੋਗੇ ਨਾ ਜਦੋਂ ਤੁਸੀਂ ਡੀਐਨਏ 'ਚ, ਤਾਂ ਨੈਚੁਰਲੀ ਡੀਐਨਏ ਦਾ ਸਾਰਾ ਸੀਕੁਐਂਸ ਹੀ ਬਦਲ ਜਾਏਗਾ। ਇਹਨਾਂ ਐਂਜ਼ਾਈਮਸ ਦੇ ਵਾਸਤੇ ਰੈਕੋਗਨੀਸ਼ਨ ਸੀਕੁਐਂਸ ਜਿਹੜਾ ਸੀਗਾ 15 ਬੇਸਿਸ ਦਾ ਸੀਗਾ, ਠੀਕ ਹੈ। ਸੋ ਇਹ ਡੀਐਨਏ ਨੂੰ ਨਾ, ਕਿਉਂਕਿ ਤੁਹਾਨੂੰ ਪਤਾ ਨਾ ਡੀਐਨਏ ਦੇ 2 ਐਂਡ ਹੁੰਦੇ ਆ, 3 ਪ੍ਰਾਈਮ ਟੂ 5 ਪ੍ਰਾਈਮ, 5 ਪ੍ਰਾਈਮ ਟੂ 3 ਪ੍ਰਾਈਮ, ਇੰਨਾ ਕਿ 10th ਕਲਾਸ ਦੇ ਵਿੱਚ ਪੜ੍ਹਿਆ ਹੋਇਆ। ਸੋ ਇਹ ਡੀਐਨਏ ਕੀ ਕਰ ਰਿਹਾ ਸੀਗਾ ਕਿ ਡੀਐਨਏ ਨੂੰ ਨਾ ਕੱਟ ਕਰਦਾ ਪਿਆ ਸੀ 5 ਪ੍ਰਾਈਮ ਐਂਡ ਦੇ ਉੱਤੇ ਕਿੰਨੇ ਬੇਸ ਪੇਅਰ ਤੋਂ ਅਵੇ? 1000 ਬੇਸ ਪੇਅਰਸ ਤੋਂ ਅਵੇ, ਹੈ ਨਾ, ਠੀਕ ਹੈ। ਸੋ 15 ਬੇਸ ਪੇਅਰਸ ਦੇ ਸੀਕੁਐਂਸਿਸ ਨੂੰ ਤਾਂ ਕੱਟ ਕਰ ਹੀ ਰਿਹਾ ਸੀ ਪਰ ਟੋਟਲ ਮਿਲਾ ਕੇ 1000 ਬੇਸ ਪੇਅਰਸ ਨੂੰ ਇਹ ਕੱਟ ਕਰ ਰਿਹਾ ਸੀ। ਪਰ ਇਸ ਕਰਕੇ ਇਹ ਰੀਕੰਬੀਨੈਂਟ ਡੀਐਨਏ ਟੈਕਨੋਲੋਜੀ ਦੇ ਵਿੱਚ ਯੂਜ਼ ਨਹੀਂ ਹੋ ਰਿਹਾ ਸੀ। ਟਾਈਪ 2 ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ, ਹੈ ਨਾ। ਸੋ ਇਹ ਲੈਬ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ। ਡੀਐਨਏ ਨੂੰ ਸਪੈਸੀਫਿਕ ਸੀਕੁਐਂਸ ਤੋਂ ਕੱਟਦਾ, ਖਾਸ ਤੌਰ 'ਤੇ ਕਿੰਨੇ ਬੇਸ ਪੇਅਰਸ ਨੂੰ ਕੱਟਦਾ ਹੈਗਾ ਡੀਐਨਏ ਦੇ? 4 to 8, ਹੈ ਨਾ, ਠੀਕ ਹੈ। ਸੋ ਇਹ ਅਨਮਿਥਾਈਲੇਟਡ ਸਾਈਟਸ ਜਿਹੜੀਆਂ ਹੈਗੀਆਂ ਨੇ ਜਿੱਥੇ ਕੋਈ ਵੀ ਮਿਥਾਈਲ ਗਰੁੱਪ ਐਡ ਨਹੀਂ ਹੋਇਆ ਉਹਨਾਂ ਨੂੰ ਵੀ ਕੱਟ ਕਰੀ ਜਾ ਰਿਹਾ, ਹੈ ਨਾ। ਸੋ ਇਸ ਕਰਕੇ ਇਹ ਜਿਹੜੇ ਐਂਜ਼ਾਈਮ ਹੈਗੇ ਆ ਇਹ ਰੀਕੰਬੀਨੈਂਟ ਡੀਐਨਏ ਟੈਕਨੋਲੋਜੀ 'ਚ ਯੂਜ਼ ਕੀਤੇ ਜਾਂਦੇ ਹੈ। 350 ਡਿਫਰੈਂਟ ਟਾਈਪ ਦੇ ਤੁਹਾਨੂੰ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਟਾਈਪ 2 ਦੇ ਐਂਜ਼ਾਈਮ ਮਿਲਣਗੇ, ਠੀਕ ਹੈ, ਜਿਹੜੇ ਕਿ 100 ਡਿਫਰੈਂਟ ਰੈਕੋਗਨੀਸ਼ਨ ਸੀਕੁਐਂਸਿਸ ਜਿਹੜੇ ਹੈਗੇ ਆ ਡੀਐਨਏ ਦੇ ਅੰਦਰੋਂ ਦੀ ਕੱਟ ਕਰ ਸਕਦੇ ਆ ਬੱਚੇ। ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਨਾ ਰੈਕੋਗਨੀਸ਼ਨ ਸੀਕੁਐਂਸ, ਹੈ ਨਾ, ਮਤਲਬ ਡੀਐਨਏ ਤੋਂ ਦੇ ਅੰਦਰ ਖਾਸ ਕਿਸਮ ਦੇ ਸੀਕੁਐਂਸ ਜਿੱਥੋਂ ਕਿ ਐਂਜ਼ਾਈਮਸ ਨੇ ਉਹਨਾਂ ਨੂੰ ਕੱਟਣਾ, ਹੋਰ ਕਿਤੋਂ ਨਹੀਂ ਕੱਟਣਾ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਹੋਇਆ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ ਉਹ ਐਂਜ਼ਾਈਮ ਹੁੰਦੇ ਆ ਜਿਹੜੇ ਕਿ ਡੀਐਨਏ ਨੂੰ ਉਹਨਾਂ ਦੇ ਖਾਸ ਬੇਸਿਸ ਤੋਂ ਕੱਟਦੇ ਆ, ਜਿੱਥੋਂ ਮਰਜ਼ੀ ਨਹੀਂ ਕੱਟਣ ਬੈਠ ਜਾਂਦੇ, ਫਿਕਸ ਹੈ ਬੇਸ। ਇਹਨਾਂ ਐਂਜ਼ਾਈਮਸ ਨੇ ਡੀਐਨਏ ਨੂੰ ਕਿੱਥੋਂ ਕਿੱਥੋਂ ਕੱਟਣਾ ਹੈ। ਤੀਸਰੀ ਟਾਈਪ 3 ਆ ਗਈ ਤੁਹਾਡੇ ਕੋਲ,
ਇਹ 1 ਅਤੇ 2 ਦੇ ਵਿਚਕਾਰ ਵਾਲੀ ਟਾਈਪ ਹੈਗੀ ਹੈ। ਇਹਦੇ 'ਚ ਦੋਨੋਂ ਐਕਟੀਵਿਟੀਜ਼ ਹੈ। ਇਹਦੇ ਵਿੱਚ ਵੀ ਇਹ ਰਿਸਟ੍ਰਿਕਸ਼ਨ ਵੀ ਕਰਦਾ ਹੈ, ਮਿਥਾਈਲੇਸ਼ਨ ਵੀ ਕਰਦਾ ਹੈ, ਇਸ ਕਰਕੇ ਇਹ ਵੀ ਰੀਕੰਬੀਨੈਂਟ DNA ਟੈਕਨੋਲੋਜੀ ਦੇ ਵਿੱਚ ਯੂਜ਼ ਨਹੀਂ ਹੁੰਦਾ। ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ, ਠੀਕ ਹੈ। ਸੋ ਇਸ ਟੇਬਲ ਦੇ ਵਿੱਚ ਦਿੱਤੀਆਂ ਤੁਸੀਂ ਦੇ ਸਕਦੇ ਹੋ। ਇਹ ਰਿਸਟ੍ਰਿਕਸ਼ਨ ਟਾਈਪ 2 ਐਂਜ਼ਾਈਮਸ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਹੈ, ਠੀਕ ਹੈ। ਅੱਗੇ ਤੁਹਾਡੇ ਕੋਲ ਆ ਗਿਆ ਨੋਮਨਕਲੇਚਰ ਕਿਸ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਤਾਂ ਬਹੁਤ ਹੀ ਇੰਟਰਸਟਿੰਗ ਅਤੇ ਬੜਾ ਈਜ਼ੀ ਹੈ। ਕੋਈ ਵੀ ਰਿਸਟ੍ਰਿਕਸ਼ਨ ਐਂਜ਼ਾਈਮ ਜਿਹੜਾ ਹੈਗਾ ਨਾ, ਜਿਸ ਤਰ੍ਹਾਂ ਕਿ ਬੱਚੇ ECOR1, ਠੀਕ ਹੈ। ਸੋ ਇਹਨੂੰ ਤੁਸੀਂ ਕਿਹਦੇ ਤੋਂ ਆਈਸੋਲੇਟ ਕੀਤਾ, ਕਿਹੜੇ ਬੈਕਟੀਰੀਆ ਤੋਂ, ਇਸਚੀਰੀਆ ਕੋਲਾਈ RY13, ਮੈਂ ਸਾਰਾ ਸਮਝਾਉਂਦੀ ਹਾਂ, ਹੈ ਨਾ। ਤੇ ਦੇਖੋ ਐਂਜ਼ਾਈਮ ਦਾ ਨਾਮ ਕੀ ਹੈ, ECOR1। ਕੀ ਹੈ ਕਿ ਜਿਸ ਬੈਕਟੀਰੀਆ ਤੋਂ ਤੁਸੀਂ ਇਹਨੂੰ ਨਿਕਾਲਿਆ ਨਾ, ਉਹਦਾ ਜੀਨਸ ਕੀ ਹੈ, ਉਸ ਬੈਕਟੀਰੀਆ ਦੇ ਨਾਮ ਦਾ ਜੀਨਸ ਪਤਾ ਲੱਗ ਗਿਆ ਹੁਣ ਜੀਨਸ ਕੀ ਹੁੰਦੇ, ਐਸਚੀਰੀਆ। ਉਹਦਾ ਕੈਪੀਟਲ ਪਹਿਲਾ ਲੈਟਰ ਲੈ ਲੈਣਾ, ਲੈ ਲਈ E। ਜਿਹੜੀ ਅੱਗੇ ਪਿੱਛੇ ਸਪੀਸੀਜ਼ ਲੱਗੀ ਹੋਈ ਹੈ, ਹੈ ਨਾ, ਉਸ ਸਪੀਸੀਜ਼ ਦੇ ਪਹਿਲੇ 2 ਲੈਟਰ ਲੈ ਲੈਣੇ ਆ, CO, ਠੀਕ ਹੈ। ਤੇ ਅੱਗੇ ਤਾਂ ਜਿਹੜੀ ਹੈਗੀ ਆ, ਤੁਸੀਂ ਕਿ R ਕਿੱਥੋਂ ਲੈਣਾ, ਸਟ੍ਰੇਨ। ਇਹ ਬੈਕਟੀਰੀਆ ਦੀਆਂ ਟਾਈਪਸ ਹੋਣਗੀਆਂ, ਉਹਨਾਂ ਦੇ ਅਲੱਗ-ਅਲੱਗ ਸਟ੍ਰੇਨਸ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬੈਕਟੀਰੀਆ ਦੇ ਲਈ ਹਮੇਸ਼ਾ ਸਟ੍ਰੇਨਸ ਯੂਜ਼ ਕੀਤੀਆਂ ਜਾਂਦੀਆਂ। RY13 ਸਟ੍ਰੇਨ ਹੈ, ਉਹਦਾ R ਲੈ ਲਿਆ, ਠੀਕ ਹੈ। ਤੇ ਜੋ ਪਿੱਛੇ ਰੋਮਨ ਦੇ ਵਿੱਚ 1 ਲੱਗਾ ਹੋਇਆ ਨਾ, ਉਹਦਾ ਕੀ ਮਤਲਬ ਹੈ ਕਿ ਇਹ ਪਹਿਲਾ ਰਿਸਟ੍ਰਿਕਸ਼ਨ ਐਂਜ਼ਾਈਮ ਸੀਗਾ ਜਿਹੜਾ ਕਿ ਬੈਕਟੀਰੀਅਮ ਈਕੋਲਾਈ RY13 ਤੋਂ ਆਈਸੋਲੇਟ ਕੀਤਾ ਗਿਆ ਸੀ। ਸੋ ਦੇਖੋ, ਇਸ ਬੈਕਟੀਰੀਅਮ ਦੇ ਨਾਮ ਤੋਂ ਅਸੀਂ ਇਸ ਰਿਸਟ੍ਰਿਕਸ਼ਨ ਐਂਜ਼ਾਈਮ ਦਾ ਨਾਮ ਬਣਾ ਦਿੱਤਾ। ਮੈਂ ਫਿਰ ਇੱਕ ਵਾਰੀ ਰਿਪੀਟ ਕਰਨ ਲੱਗੀ ਹਾਂ। ਜੀਨਸ ਦਾ ਪਹਿਲਾ ਅਕਸ਼ਰ ਲੈਣਾ, ਸਪੀਸੀਜ਼ ਦੇ ਪਹਿਲੇ 2 ਅਕਸ਼ਰ ਲੈਣੇ ਆ, ਠੀਕ ਹੈ। ਸਟ੍ਰੇਨ ਕਿਹੜੀ ਲਈ ਹੈਗੀ ਆ, ਉਹਦਾ R ਲੈ ਲੈਣਾ, ਤੇ ਸਭ ਤੋਂ ਪਹਿਲਾਂ ਐਂਜ਼ਾਈਮ ਸੀਗਾ ਇਹ ਵਾਲਾ, ਇਸ ਕਰਕੇ ਪਿੱਛੇ 1 ਲਗਾ ਦਿੱਤਾ। ਸੋ ਇਸ ਤਰੀਕੇ ਦੇ ਨਾਲ ਰਿਸਟ੍ਰਿਕਸ਼ਨ ਐਂਜ਼ਾਈਮਸ ਦੀ ਨੋਮਨਕਲੇਚਰ ਕੀਤੀ ਜਾਂਦੀ ਹੈ। ਹੋਰ ਅੱਗੇ ਤੁਹਾਨੂੰ ਦੱਸਣ ਲੱਗਾ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਦੀ ਫੰਕਸ਼ਨਿੰਗ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਇਹ ਖਾਸ ਕਿਸਮ ਦੇ ਸੀਕੁਐਂਸ ਨੂੰ ਦੇਖ ਲੈਂਦਾ DNA 'ਚ, ਉੱਥੋਂ ਦੀ ਕੱਟ ਕਰਦਾ ਹੈ ਨਾ। ਸੋ ਹੁਣ ਦੇਖੋ, ਰਿਸਟ੍ਰਿਕਸ਼ਨ ਐਂਜ਼ਾਈਮ ਜਿਹੜਾ ਹੈਗਾ, ਠੀਕ ਹੈ। ਸੋ ਵੈਕਟਰ DNA ਨੂੰ ਵੀ ਕੱਟ ਲਗਾ ਰਿਹਾ, ਹੈ ਨਾ, ਤੇ ਫੋਰਨਰ DNA ਨੂੰ ਵੀ ਕੱਟ ਲਗਾ ਰਿਹਾ। ਇਹਦੇ ਉੱਤੇ ਟਰਾਂਸਫਰ ਹੋਣਾ, ਪਤਾ ਨਾ ਤੁਹਾਨੂੰ, ਫੋਰਨਰ DNA, ਪੈਸੰਜਰ DNA ਵੈਕਟਰ ਦੇ ਉੱਪਰ ਚੜ੍ਹ ਕੇ ਜਾਏਗਾ। ਸੋ ਬੱਚੇ, ਇਹਨੇ ਵੈਕਟਰ DNA ਨੂੰ ਇੱਥੋਂ ਦੀ ਵੀ ਕੱਟ ਲਗਾ ਦਿੱਤਾ, ਇੱਥੋਂ ਦੀ ਵੀ ਕੱਟ ਲਗਾ ਦਿੱਤਾ। ਦੇਖੋ ਡਾਇਗਰਾਮ, ਸਟਿੱਕੀ ਐਂਡਸ, ਹੈ ਨਾ। ਇੱਧਰੋਂ ਦੀ G ਉਡਾ ਦਿੱਤੀ, ਥੱਲੇ G ਨਹੀਂ ਹੈਗੀ, ਬਾਕੀ ਸਾਰੇ ਨਾਈਟ੍ਰੋਜਨਸ ਬੇਸ ਹੈਗੇ ਆ, CTTA। ਇੱਧਰੋਂ G ਉਡਾ ਦਿੱਤੀ, ਇੱਧਰੋਂ ਪੂਰੇ ਦੇ ਪੂਰੇ ਚਾਰੇ ਹੀ ਨਿਕਾਲ ਦਿੱਤੇ। ਇੱਥੋਂ ਦੀ ਕੱਟ ਕਰ ਰਿਹਾ ਹੈ, ਪੂਰਾ ਉਡਾ ਦਿੱਤਾ, ਠੀਕ ਹੈ। ਇਸੇ ਤਰੀਕੇ ਨਾਲ ਫੋਰਨਰ DNA ਜਿਹੜਾ ਹੈਗਾ, ਠੀਕ ਹੈ, ਉੱਥੇ ਕਿੱਥੇ ਕੱਟ ਕਰ ਰਿਹਾ DNA ਨੂੰ, G ਤੇ A ਦੇ ਵਿਚਕਾਰੋਂ, ਸਮਝਦੇ ਪਿਓ ਗੱਲ ਨੂੰ। ਇਸੇ ਤਰੀਕੇ ਦੇ ਨਾਲ ਇੱਥੇ A ਦੇ ਵਿਚਕਾਰੋਂ, ਠੀਕ ਹੈ ਨਾ। ਸੋ ਇਹ ਸਾਰਾ ਪੋਰਸ਼ਨ ਨਿਕਲ ਗਿਆ, ਕੱਲੀ G ਰਹਿ ਗਈ ਨੀਚੇ। ਇਹ ਨੀਚੋਂ ਦੀ ਸਾਰਾ ਪੋਰਸ਼ਨ ਕੱਟਦਾ ਪਿਆ, ਇੱਥੇ ਉੱਪਰੋਂ ਦੀ ਸਾਰਾ ਪੋਰਸ਼ਨ ਕੱਟਿਆ ਸੀ, ਇੱਥੇ ਨੀਚੋਂ ਦੀ ਕੱਟ ਦਿੱਤਾ। ਗੱਲ ਸਮਝਦੇ ਪਏ ਹੋ, ਠੀਕ ਹੈ ਨਾ। ਤਾਂ ਇੱਥੇ ਵੀ ਸਾਈਡ ਦੇ ਉੱਤੋਂ ਦੀ G ਬਾਹਰ ਨਿਕਲ ਗਈ, ਕਿਉਂਕਿ ਇੱਥੇ ਵੀ ਕੱਟ ਲੱਗਾ, 2 ਜਗ੍ਹਾ ਦੇ ਉੱਤੇ ਕੱਟ ਲਗਾ ਰਿਹਾ। ਹੁਣ ਬੱਚੇ, ਦੋਨੋਂ ਦੇ ਸਟਿੱਕੀ ਐਂਡਸ ਬਣ ਗਏ, ਇਹਦੇ ਵੀ ਸਟਿੱਕੀ ਐਂਡਸ, ਇਹਦੇ ਵੀ ਸਟਿੱਕੀ ਐਂਡਸ। ਇਹ ਜਿਹੜਾ ਹੈਗਾ ਪੈਸੰਜਰ DNA ਜਾਂ ਫੋਰਨਰ DNA ਨੂੰ ਚੱਕੋ, ਵਹੀਕਲ DNA ਦੇ ਉੱਤੇ ਲੱਦ ਦਿਓ। ਜਿਵੇਂ ਗੱਡੀ ਦੇ ਵਿੱਚ ਪੈਸੰਜਰਸ ਲੈ ਕੇ ਜਾਂਦੀ ਨਾ ਗੱਡੀ, ਠੀਕ ਹੈ। ਸੋ ਦੇਖਿਆ, ਡਾਰਕ ਕਲਰ, ਲਾਈਟ ਕਲਰ ਦਾ ਇੱਕ ਰੀਕੰਬੀਨੈਂਟ DNA ਬਣ ਗਿਆ। ਸੋ ਖਾਸ ਕਿਸਮ ਦੇ ਸੀਕੁਐਂਸ ਤੋਂ, ਠੀਕ ਹੈ। ਸੋ ਰਿਸਟ੍ਰਿਕਸ਼ਨ ਐਂਜ਼ਾਈਮ DNA ਨੂੰ ਕੱਟ ਕਰਦੇ ਆ ਬੱਚੇ। ਇਹਨਾਂ ਨੂੰ ਪੈਲਿੰਡਰੋਮਿਕ ਨਿਊਕਲੀਓਟਾਈਡ ਸੀਕੁਐਂਸ ਵੀ ਕਹਿੰਦੇ ਆ। ਬਹੁਤ ਇੰਪੋਰਟੈਂਟ ਹੈ, ਪੁੱਛ ਲਿਆ ਜਾਂਦਾ ਕਿ ਵਾਟ ਡੂ ਯੂ ਮੀਨ ਬਾਈ ਪੈਲਿੰਡਰੋਮਿਕ ਨਿਊਕਲੀਓਟਾਈਡ ਸੀਕੁਐਂਸ, ਹੈ ਨਾ। ਸੋ ਬੱਚੇ, ਇਹ ਲੈਟਰਸ ਦਾ ਉਹ ਸੀਕੁਐਂਸ ਹੈ, ਇਹ ਤੁਹਾਨੂੰ ਐਗਜ਼ਾਮਪਲ ਦੇਣ ਵਾਸਤੇ ਦੱਸਿਆ ਹੋਇਆ ਕਿ ਜਿਸ ਤਰੀਕੇ ਦੇ ਇਹ ਉਹ ਸੀਕੁਐਂਸਿਸ ਹੈਗੇ, ਭਾਵੇਂ ਤੁਸੀਂ ਇਹਨਾਂ ਨੂੰ ਲੈਫਟ ਟੂ ਰਾਈਟ ਰੀਡ ਕਰੋ, ਚਾਹੇ ਰਾਈਟ ਟੂ ਲੈਫਟ ਰੀਡ ਕਰੋ, ਇਹਦਾ ਮਤਲਬ ਸੇਮ ਹੀ ਹੋਏਗਾ, ਠੀਕ ਹੈ। ਸੋ ਇਹ ਸਪੈਲਿੰਗ ਦਿੱਤੇ ਹੋਏ ਆ, ਇਹਨੂੰ ਭਾਵੇਂ ਤੁਸੀਂ ਇੱਧਰੋਂ ਪੜ੍ਹਨਾ ਸ਼ੁਰੂ ਕਰੋ ਤਾਂ ਵੀ ਕੀ ਬਣਿਆ, ਮਲਿਆਲਮ। ਪਤਾ ਹੀ ਹੋਣਾ ਮਲਿਆਲਮ ਕੀ ਹੁੰਦੀ ਹੈ, ਇੱਕ ਲੈਂਗੁਏਜ ਹੁੰਦੀ ਹੈ। ਇੱਧਰ ਤੋਂ ਇੱਧਰ ਨੂੰ ਪੜ੍ਹਾਂ ਤਾਂ ਵੀ ਇਹ ਕੀ ਬਣ ਗਈ, ਮਲਿਆਲਮ। ਇਸੇ ਤਰੀਕੇ ਦੇ ਨਾਲ, ਠੀਕ ਹੈ। ਸੋ DNA ਦੇ ਅੰਦਰ ਨਾਈਟ੍ਰੋਜਨਸ ਬੇਸਿਸ ਦੇ, ਠੀਕ ਹੈ, ਜਿਹੜੇ ਇਹ ਸੀਕੁਐਂਸ ਹੈਗੇ ਆ, ਰਿਸਟ੍ਰਿਕਸ਼ਨ ਰੈਕੋਗਨੀਸ਼ਨ ਸੀਕੁਐਂਸ, 5' to 3' ਐਂਡ 3' to 5' ਐਂਡ, ਕਿਉਂਕਿ ਬੱਚੇ DNA ਦੇ 2 ਐਂਡ ਹੁੰਦੇ ਹੈ। ਇਹ ਅਸੀਂ ਡਿਟੇਲ 'ਚ ਜਿਹੜਾ ਹੈਗਾ ਨਾ, ਜਦੋਂ ਤੁਹਾਨੂੰ 7th ਚੈਪਟਰ ਕਰਾਉਣਾ, ਆਪੇ ਤੁਹਾਨੂੰ ਸਾਰਾ ਸਮਝ ਆ ਜਾਣਾ। ਪਰ ਫਿਲਹਾਲ ਤੁਸੀਂ ਇੱਥੇ ਕੀ ਸਮਝ ਰਹੇ ਹੋ, ਕਿਸੇ ਵੀ ਰਿਸਟ੍ਰਿਕਸ਼ਨ ਐਂਜ਼ਾਈਮ ਦੇ ਲਈ ਪੈਲਿੰਡਰੋਮਿਕ ਨਿਊਕਲੀਓਟਾਈਡ ਸੀਕੁਐਂਸ। ਕਿਉਂਕਿ ਹੁਣ ਤੁਹਾਨੂੰ ਬੱਚੇ ਪਤਾ, ਜੇਕਰ ਮੈਂ ਇੱਧਰ ਤੋਂ ਇੱਧਰ ਨੂੰ ਜਾਂਦੀ ਹਾਂ, ਅਸੀਂ ਇਹਨੂੰ ਪੜ੍ਹਦੇ ਪਏ ਹਾਂ GAATTC। ਤੁਹਾਨੂੰ ਪਤਾ ਹੀ ਹੈ, DNA ਦੇ ਵਿੱਚ ਦੂਜੇ ਸਟੈਂਡ ਦੇ ਵਿੱਚ G ਨਾਲ ਹਮੇਸ਼ਾ ਕੀ ਆਉਂਦੀ ਹੈ, C, A ਨਾਲ T ਨਾਲ A, ਠੀਕ ਹੈ, T ਨਾਲ A, C ਨਾਲ G। ਤੁਸੀਂ ਤੇ ਮੈਂ ਭਾਵੇਂ ਇੱਧਰੋਂ ਦੀ ਵੀ ਪੜ੍ਹਾਂ ਤੇ ਚਾਹੇ ਮੈਂ ਇੱਧਰੋਂ ਦੀ ਪੜ੍ਹਾਂ, ਸੇਮ ਸੀਕੁਐਂਸ ਬਣਦਾ। ਇਹਨਾਂ ਨੂੰ ਕਹਿੰਦੇ ਪੈਲਿੰਡਰੋਮਿਕ ਨਿਊਕਲੀਓਟਾਈਡ ਸੀਕੁਐਂਸ। ਅੱਗੇ ਤੁਹਾਡੇ ਕੋਲ ਬੱਚੇ ਇੱਕ ਹੋਰ ਟੈਕਨੀਕਸ ਅਸੀਂ ਯੂਜ਼ ਕਰਦੇ ਹਾਂ, ਜਿਹਦੇ 'ਚ ਅਸੀਂ DNA ਦੇ ਫਰੈਗਮੈਂਟਸ ਨੂੰ ਸੈਪਰੇਟ ਕਰਦੇ ਹਾਂ, ਆਈਸੋਲੇਟ ਕਰ ਲੈਂਦੇ ਹਾਂ।
ਡੀਐਨਏ ਨੂੰ, ਹੈ ਨਾ। ਉਹਦੇ ਲਈ ਇੱਕ ਟੈਕਨੀਕ ਯੂਜ਼ ਕੀਤੀ ਜਾਂਦੀ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ, ਜੈਲ ਇਲੈਕਟ੍ਰੋਫੋਰਸਿਸ, ਹੈ ਨਾ। ਇੱਕ ਆ ਦੇਖੋ, ਇੱਕ ਟਰੇ ਲੈ ਲਈ ਹੈ ਵੱਡੀ ਜੀ, ਉਹਦੇ ਉੱਤੇ ਜੈਲ ਨੂੰ ਖਿਲਾਰ ਦਿੱਤਾ, ਐਗਾਰੋਜ਼ ਜੈਲ ਯੂਜ਼ ਕੀਤੀ ਜਾਂਦੀ ਹੈ। ਇਹ ਇੱਕ ਤਰ੍ਹਾਂ ਦਾ ਪੋਲੀਸੈਕੇਰਾਈਡ ਹੈ ਜਿਹੜਾ ਕਿ ਸੀ ਵੀਡਸ ਤੋਂ ਐਕਸਟਰੈਕਟ ਕੀਤਾ ਹੋਇਆ, ਹੈ ਨਾ। ਸੋ ਇਹ ਪੂਰੀ ਜੈਲ ਜਿਹੜੀ ਹੈਗੀ ਹੈ, ਸੋ ਇਸ ਡਿਸ਼ ਦੇ ਵਿੱਚ ਤੁਸੀਂ ਖਿਲਾਰ ਦੇਣੀ ਹੈ। ਡੀਐਨਏ ਦੇ ਜਿਹੜੇ ਹੈਗੇ ਆ ਉਹ ਟੁਕੜੇ ਕਰ ਦੇਣੇ ਆ। ਸੋ ਬੱਚੇ ਇਹਦੇ ਵਿੱਚ ਇਹ ਵੀ ਫਿਨੋਮੀਨਾ ਫੋਲੋ ਹੁੰਦਾ ਕਿ ਨੈਗੇਟਿਵਲੀ ਚਾਰਜਡ ਆਇਨਸ, ਇਹਨਾਂ ਦਾ ਤੁਹਾਨੂੰ ਪਤਾ ਹੈ ਕਿ ਤੁਸੀਂ ਫਿਜ਼ਿਕਸ ਪੜ੍ਹਦੇ ਹੋ, ਹੈ ਨਾ। ਨੈਗੇਟਿਵਲੀ ਚਾਰਜਡ ਆਇਨਸ ਜਿਹੜੇ ਹੁੰਦੇ ਆ, ਠੀਕ ਹੈ, ਸੋ ਉਹ ਐਨੋਡ ਵੱਲ ਜਾਂਦੇ ਆ। ਪੋਜ਼ਿਟਿਵਲੀ ਚਾਰਜਡ ਆਇਨਸ ਜਿਹੜੇ ਹੈਗੇ ਆ ਉਹ ਕੈਥੋਡ ਵੱਲ ਜਾਂਦੇ ਆ, ਹੈ ਨਾ, ਓਪੋਜ਼ਿਟ ਚਾਰਜਿਸ ਵੱਲ ਜਾਂਦੇ ਆ, ਠੀਕ ਹੈ। ਸੋ ਡੀਐਨਏ ਫਰੈਗਮੈਂਟਸ ਨੈਗੇਟਿਵਲੀ ਚਾਰਜਡ ਹੁੰਦੇ ਆ, ਸੋ ਹਮੇਸ਼ਾ ਹੀ ਉਹ ਐਨੋਡ ਵੱਲ ਮੂਵ ਕਰਨਗੇ। ਸੋ ਇੱਥੇ ਕੀ ਹੈ, ਚਾਰਜ ਵੀ ਦਿੱਤਾ ਹੋਇਆ ਪੋਜ਼ਿਟਿਵ ਐਂਡ ਨੈਗੇਟਿਵ, ਐਨੋਡਸ ਐਂਡ ਕੈਥੋਡਸ, ਹੈ ਨਾ। ਇਲੈਕਟ੍ਰੋਫੋਰਸਿਸ ਦੀ ਟੈਕਨੀਕ ਜਿਹੜੀ ਸੀਗੀ ਇਹ ਟੈਸੀਲੀਅਸ ਨੇ ਦਿੱਤੀ ਸੀ 1937 ਦੇ ਵਿੱਚ। ਮੈਂ ਦੱਸਿਆ ਤੁਹਾਨੂੰ ਕਿ ਜੈਲ ਜਿਹੜੀ ਯੂਜ਼ ਕੀਤੀ ਜਾਂਦੀ ਹੈ ਐਗਾਰੋਸ ਜੈਲ। ਕੀ ਕੀਤਾ ਜਾਂਦਾ ਕਿ ਡੀਐਨਏ ਦੇ ਨਾ ਛੋਟੇ ਛੋਟੇ ਟੁਕੜੇ ਕਰਕੇ ਟੁਕੜੇ ਕਰ ਲਏ ਜਾਂਦੇ ਹੈ, ਠੀਕ ਹੈ। ਸੋ ਟੁਕੜੇ ਜਿਹੜੇ ਹੈਗੇ ਡੀਐਨਏ ਦੇ ਐਨੋਡ ਵੱਲ ਪਾਸੇ ਨੂੰ ਮੂਵ ਕਰਦੇ ਆ, ਠੀਕ ਹੈ। ਜਿਹੜੇ ਡੀਐਨਏ ਦੇ ਟੁਕੜੇ ਛੋਟੇ ਆ ਬੱਚੇ, ਜਿਸ ਤਰੀਕੇ ਦੇ ਨਾਲ ਅਸੀਂ ਇੱਦਾਂ ਕਹਿ ਲਈਏ ਕਿ ਰੇਸ ਹੋ ਰਹੀ ਹੈ, ਤਾਂ ਹਲਕਾ ਬੰਦਾ ਜਿਹੜਾ ਹੈਗਾ ਮੈਨੂੰ ਲੱਗਦਾ ਰੇਸ ਦੇ ਵਿੱਚ ਅੱਗੇ ਨਿਕਲ ਜਾਏਗਾ, ਭਾਰਾ ਬੰਦਾ ਪਿੱਛੇ ਰਹਿ ਜਾਏਗਾ। ਇਸੇ ਤਰੀਕੇ ਨਾਲ ਜਿਹੜੇ ਤਾਂ ਡੀਐਨਏ ਦੇ ਛੋਟੇ ਛੋਟੇ ਟੁਕੜੇ ਸੀ ਉਹ ਕਾਫੀ ਅੱਗੇ ਨਿਕਲ ਗਏ, ਵੱਡੇ ਵੱਡੇ ਟੁਕੜੇ ਜਿਹੜੇ ਸੀ ਉਹ ਪਿੱਛੇ ਰਹਿ ਗਏ। ਓਕੇ, ਐਨੋਡ ਵੱਲ ਮੂਵ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਡੀਐਨਏ ਮੋਲੀਕਿਊਲਸ ਨੈਗੇਟਿਵਲੀ ਚਾਰਜਡ ਹੁੰਦੇ ਆ, ਹੈ ਨਾ। ਅੱਛਾ ਜੀ, ਹੁਣ ਕੀ ਕਰਨਾ ਹੈਗਾ, ਇਹਨਾਂ ਡੀਐਨਏ ਫਰੈਗਮੈਂਟਸ ਨੂੰ ਨਾ ਤੁਸੀਂ ਕਿਹੜਾ ਸੋਲੂਸ਼ਨ ਦੇਣਾ ਹੈਗਾ, ਇਹਨਾਂ ਉੱਪਰ ਸੋਲੂਸ਼ਨ ਚੜਾਉਣਾ ਤੁਸੀਂ ਇੱਕ ਐਥੀਡੀਅਮ ਬ੍ਰੋਮਾਈਡ, ਠੀਕ ਹੈ। ਜਦੋਂ ਤੁਸੀਂ ਇਹ ਸੋਲੂਸ਼ਨ ਇਹਨੂੰ ਦੇ ਦਿੱਤਾ ਨਾ ਡੀਐਨਏ ਦੇ ਫਰੈਗਮੈਂਟਸ ਨੂੰ, ਤਾਂ ਜਦੋਂ ਤੁਸੀਂ ਇਹਨੂੰ ਯੂਵੀ ਰੇਡੀਏਸ਼ਨਸ ਦੇ ਥੱਲੇ ਦੇਖੋਗੇ ਕਿਉਂਕਿ ਵਿਜ਼ੀਬਲ ਲਾਈਟ ਦੇ ਥੱਲੇ ਨਹੀਂ ਇਹ ਤੁਹਾਨੂੰ ਨਜ਼ਰ ਆਣੇ, ਯੂਵੀ ਰੇਡੀਏਸ਼ਨਸ ਦੇ ਤੁਹਾਨੂੰ ਨਜ਼ਰ ਜਿੱਥੇ ਜਿੱਥੇ ਡਾਰਕ ਔਰੇਂਜ ਕਲਰ ਦੇ ਬੈਂਡਸ ਬਣ ਜਾਣਗੇ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਉੱਥੇ ਉੱਥੇ ਡੀਐਨਏ ਦੇ ਟੁਕੜੇ ਹੈ, ਪਰ ਯੂਵੀ ਲਾਈਟ ਦੇ ਅੰਦਰ, ਠੀਕ ਹੈ। ਬਾਅਦ ਦੇ ਵਿੱਚ ਕੀ ਕਰਨਾ, ਇਹ ਜਿਹੜੇ ਛੋਟੇ ਛੋਟੇ ਬੈਂਡ ਬਣੇ ਹੋਏ ਆ ਨਾ ਡੀਐਨਏ ਦੇ ਟੁਕੜੇ ਫਰੈਗਮੈਂਟਸ ਹੈਗੇ ਆ, ਇਹਨਾਂ ਨੂੰ ਇੱਥੋਂ ਦੀ ਕੱਟ ਕਰਕੇ ਬਾਹਰ ਕੱਢ ਲੈਣਾ ਜੈਲ ਦੇ ਵਿੱਚੋਂ ਦੀ ਛੋਟੇ 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 ਟੁਕੜਿਆਂ ਨੂੰ, ਡਾਰਕ ਕਲਰ ਦੇ ਆ ਜਿਹੜੇ, ਹੈ ਨਾ। ਇਹਨੂੰ ਕਹਿੰਦੇ ਐਲੂਸ਼ਨ। ਇਹ ਐਲੂਟਡ ਕੀਤੇ ਹੋਏ ਜਿਹੜੇ ਡੀਐਨਏ ਦੇ ਫਰੈਗਮੈਂਟਸ ਆ ਫਿਰ ਇਹਨਾਂ ਨੂੰ ਪਿਊਰੀਫਾਈ ਕੀਤਾ ਜਾਂਦਾ ਤੇ ਯੂਜ਼ ਕੀਤਾ ਜਾ ਸਕਦਾ ਰੀਕੰਬੀਨੈਂਟ ਡੀਐਨਏ ਬਣਾਉਣ ਦੇ ਲਈ। ਸੋ ਇਹ ਵੀ ਇੱਕ ਮੈਥਡ ਸੀ ਰੀਕੰਬੀਨੈਂਟ ਡੀਐਨਏ ਦੇ ਲਈ, ਡੀਐਨਏ ਤਿਆਰ ਕਰਨ ਦੇ ਲਈ, ਹੈ ਨਾ, ਠੀਕ ਹੈ। ਸੋ ਅਸੀਂ ਡੀਐਨਏ ਤਿਆਰ ਕੀਤਾ, ਉਹਨੂੰ ਅਸੀਂ ਯੂਜ਼ ਕਰਨਾ ਜੈਲ ਇਲੈਕਟ੍ਰੋਫੋਰਸਿਸ ਟੈਕਨੀਕ ਦੀ ਹੈਲਪ ਦੇ ਨਾਲ ਅਸੀਂ ਡੀਐਨਏ ਦੇ ਟੁਕੜੇ ਕਰਕੇ, ਠੀਕ ਹੈ। ਸੋ ਡੀਐਨਏ ਨੂੰ ਲਿਆ। ਓਕੇ, ਅੱਗੇ ਤੁਹਾਡੇ ਕੋਲ ਆ ਜਾਂਦਾ ਸਭ ਤੋਂ ਇੰਪੋਰਟੈਂਟ ਪਾਰਟ, ਤੁਹਾਨੂੰ ਪਤਾ ਕਲੋਨਿੰਗ ਵੈਕਟਰਸ, ਨਹੀਂ, ਠੀਕ ਹੈ। ਜੇਕਰ ਬੱਚੇ ਬੱਸ ਕਾਰ ਠੀਕ ਹੀ ਨਹੀਂ ਹੋਏਗੀ ਤਾਂ ਪੈਸੰਜਰ ਕਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਏਗਾ, ਔਖਾ ਹੋ ਜਾਏਗਾ ਨਾ ਉਹਦੇ ਲਈ। ਸੋ ਕਲੋਨਿੰਗ ਵੈਕਟਰਸ ਆ ਵਹੀਕਲ ਡੀਐਨਏ, ਹੈ ਨਾ। ਇਹਨੂੰ ਵਹੀਕਲ ਡੀਐਨਏ ਵੀ ਕਹਿੰਦੇ ਆ, ਕਲੋਨਿੰਗ ਵੈਕਟਰ ਵੀ ਕਹਿੰਦੇ ਆ, ਇਹਨੂੰ ਜੀਨ ਕੈਰੀਅਰ ਵੀ ਕਹਿੰਦੇ ਆ ਕਿਉਂਕਿ ਇਹ ਲੈ ਕੇ ਜਾ ਰਿਹਾ ਹੈ ਰੀਕੰਬੀਨੈਂਟ ਡੀਐਨਏ ਲੈ ਕੇ ਜਾ ਰਿਹਾ ਕਿਸੇ ਦੂਸਰੇ ਇੰਡੀਵਿਜੂਅਲ ਦੇ ਅੰਦਰ। ਹੁਣ ਕੌਣ ਹੈ ਬੱਚੇ ਜਿਨ੍ਹਾਂ ਨੂੰ ਕਿ ਅਸੀਂ ਵੈਕਟਰ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਾਂ, ਉਹਨਾਂ ਵਿੱਚੋਂ ਦੀ ਮੇਨ ਹੈ ਪਲਾਜ਼ਮਿਡਸ ਐਂਡ ਬੈਕਟੀਰੀਓਫੇਜ ਵੈਕਟਰਸ। ਉਹ ਕੌਣ, ਵਾਇਰਸਿਸ ਜਿਹੜੇ ਕਿ ਬੈਕਟੀਰੀਆ ਦੇ ਉੱਤੇ ਅਟੈਕ ਕਰਦੇ ਆ, ਉਹ ਵਾਇਰਸਿਸ ਵੀ ਵੈਕਟਰ ਦਾ ਕੰਮ ਕਰਦੇ ਆ, ਠੀਕ ਹੈ ਨਾ। ਤਾਂ ਪਲਾਜ਼ਮਿਡਸ ਤਾਂ ਹੈ ਹੀ ਹੈ। ਪਲਾਜ਼ਮਿਡਸ ਵਿਲੀਅਮ ਹੇਜ਼ ਤੇ ਜੋਸਸ ਲੈਟਰਬਰਗ ਜਿਹੜੇ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਬੈਕਟੀਰੀਆ ਸੈੱਲ ਦੇ ਅੰਦਰ ਦੇਖੇ ਸੀ, ਤੁਹਾਨੂੰ ਬੜੀ ਵਾਰੀ ਦੱਸਿਆ ਹੋਇਆ। ਸਮਾਲ ਡਬਲ ਸਟੈਂਡਰਡ ਕਲੋਜ਼ਡ ਸਰਕੂਲਰ ਸਿੰਬਾਇਓਟਿਕ ਡੀਐਨਏ ਮੋਲੀਕਿਊਲ ਹੁੰਦੇ ਆ ਜਿਹੜੇ ਕਿ ਬੈਕਟੀਰੀਆ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਬੈਕਟੀਰੀਆ ਦੇ ਮੇਨ ਕ੍ਰੋਮੋਸੋਮ ਦੇ ਬਾਹਰ। ਇਸ ਕਰਕੇ ਅਸੀਂ ਇਹਨਾਂ ਨੂੰ ਐਕਸਟਰਾ ਕ੍ਰੋਮੋਸੋਮਲ ਡੀਐਨਏ ਵੀ ਕਹਿ ਸਕਦੇ ਹਾਂ। ਇੱਕ ਬੈਕਟੀਰੀਅਲ ਸੈੱਲ ਜਿਹੜਾ ਹੈਗਾ ਉਹਦੇ ਕੋਲ ਇੱਕ ਜਾਂ ਇੱਕ ਨਾਲੋਂ ਜ਼ਿਆਦਾ ਕਾਪੀ ਹੋ ਸਕਦੀ ਹੈ ਪਲਾਜ਼ਮਿਡਸ ਦੀ, ਠੀਕ ਹੈ ਨਾ, ਜ਼ਿਆਦਾ ਕਾਪੀ ਹੋ ਸਕਦੀ ਹੈ, ਠੀਕ। ਸੋ ਇਹ ਬੈਕਟੀਰੀਅਲ ਸੈੱਲ ਜਿਹੜੇ ਹੈਗੇ ਆ, ਕੋਈ ਵੀ ਪੇਰੈਂਟ ਬੈਕਟੀਰੀਅਲ ਸੈੱਲ ਜਿਹੜਾ ਹੈਗਾ ਆਪਣੀ ਡਾਟਰ ਸੈੱਲ ਨੂੰ ਵੀ ਅੱਗੇ ਰੈਪਲੀਕੇਸ਼ਨ ਕਰਕੇ ਪਲਾਜ਼ਮਿਡਸ ਟ੍ਰਾਂਸਫਰ ਕਰ ਸਕਦਾ ਹੈ, ਠੀਕ ਹੈ। ਸੋ ਕੀ ਕੀਤਾ ਜਾਂਦਾ ਹੈ, ਜਿਹੜਾ ਸਰਕੂਲਰ ਮੋਲੀਕਿਊਲ ਹੈ ਡੀਐਨਏ ਦਾ, ਮਤਲਬ ਕਿ ਜਿਹੜਾ ਕਿ ਪਲਾਜ਼ਮਿਡ ਹੈ, ਠੀਕ ਹੈ ਨਾ। ਸੋ ਇਹਨੂੰ ਪਹਿਲਾਂ ਲੀਨੀਅਰ ਬਣਾ ਦਿੱਤਾ ਜਾਂਦਾ, ਹੈ ਨਾ। ਸੋ ਨੈਚੁਰਲੀ ਉਹਦੇ ਉੱਤੇ ਕੱਟ ਲਗਾਇਆ ਜਾਂਦਾ ਪਲਾਜ਼ਮਿਡ ਦੇ ਉੱਤੇ, ਤਾਂ ਹੀ ਉਹਦੇ ਉੱਤੇ ਅਸੀਂ ਫੋਰਮਲ ਡੀਐਨਏ ਜਿਹੜਾ ਹੈਗਾ ਫਿੱਟ ਕਰ ਸਕਦੇ ਹਾਂ। ਇਹ ਮੈਂ ਤੁਹਾਨੂੰ ਡਾਇਗਰਾਮ ਦੇ ਵਿੱਚ ਦਿਖਾਇਆ ਹੋਇਆ, ਠੀਕ ਹੈ ਜੀ। ਪਲਾਜ਼ਮਿਡਸ ਡਿਫਰ ਕਰਦੇ ਆ ਇੱਕ ਦੂਸਰੇ ਤੋਂ ਸਾਈਜ਼ ਦੇ ਵਿੱਚ। ਸਾਈਜ਼ ਜਿਹੜਾ ਹੈਗਾ 2 ਕਿਲੋ ਬਾਰਸ ਤੋਂ ਲੈ ਕੇ 400 ਕਿਲੋ ਬਾਰ ਤੱਕ ਵੀ ਹੋ ਸਕਦਾ। ਹੁਣ ਤੁਹਾਨੂੰ ਇੱਥੇ ਪਲਾਜ਼ਮਿਡ ਦਿਖਾਇਆ ਇੱਕ PBr322, ਆਹ ਉਹਦੀ ਡਾਇਗਰਾਮ ਹੈ, ਬਹੁਤ ਇੰਪੋਰਟੈਂਟ ਪਲਾਜ਼ਮਿਡ ਹੈਗਾ, ਠੀਕ ਹੈ। ਇੱਕ ਤਰ੍ਹਾਂ ਦਾ ਵਰਕ ਹਾਊਸ ਹੈ ਜੀਨ ਕਲੋਨਿੰਗ ਦੇ ਲਈ, ਠੀਕ ਹੈ। ਅਤੇ ਜੀਨਸ ਦੀ ਕਲੋਨਿੰਗ ਕੀਤੀ ਜਾਂਦੀ ਇਸ ਪਲਾਜ਼ਮਿਡ ਦੇ ਅੰਦਰ, ਠੀਕ ਹੈ। 1977 ਦੇ ਵਿੱਚ ਬਣਾਇਆ ਸੀਗਾ ਇਹ ਵਾਲਾ ਪਲਾਜ਼ਮਿਡ ਕਿਨੇ, ਬੋਲੀਵਰ ਰੋਡਰੀਗਿਊਜ਼ ਨੇ, ਠੀਕ ਹੈ ਜੀ। ਸੋ ਇਹਦਾ ਨੇਮ ਵੀ ਦੇਖਿਓ ਤੁਸੀਂ ਕਿਸ ਤਰੀਕੇ ਦੇ ਨਾਲ ਬਣਿਆ,
ਪਲਾਜ਼ਮਿਡ ਹੈ। ਇਹ ਪਲਾਜ਼ਮਿਡ ਤੋਂ ਤੁਸੀਂ ਜਿਹੜਾ ਹੈਗਾ ਆਪਾਂ ਪਲਾਜ਼ਮਿਡ ਨੂੰ ਯੂਜ਼ ਕਰ ਰਹੇ ਹਾਂ ਵੈਕਟਰ ਦੇ ਤੌਰ 'ਤੇ, ਇਸ ਕਰਕੇ ਪੀ, ਕਿਉਂਕਿ ਮੈਂ ਕੀ ਕਿਹਾ ਸੀ ਵਾਇਰਸ ਵੀ ਹੋ ਸਕਦੇ ਆ ਵੈਕਟਰਸ, ਪਰ ਇੱਥੇ ਪਲਾਜ਼ਮਿਡ ਹੈ ਵੈਕਟਰ ਦੇ ਤੌਰ 'ਤੇ, ਇਸ ਕਰਕੇ ਪੀ। ਬੀ ਜਿਹੜਾ ਸੀਗਾ ਸਾਇੰਟਿਸਟ ਨੇ ਆਪਣੇ ਨਾਮ ਦਾ ਪਹਿਲਾ ਅੱਖਰ ਲਾ ਦਿੱਤਾ, ਆਰ ਵੀ ਅਗਲੇ ਸਾਇੰਟਿਸਟ ਦਾ ਪਹਿਲਾ ਅੱਖਰ ਲੱਗ ਗਿਆ, ਅਤੇ 322 ਬੈਕਟੀਰੀਆ ਦੀ ਸਟ੍ਰੇਨ ਹੋਏਗੀ। ਸੋ ਇਸ ਤਰੀਕੇ ਦੇ ਨਾਲ ਪਲਾਜ਼ਮਿਡ ਦਾ ਵੀ ਨੇਮ ਬਣ ਗਿਆ। ਜਿਵੇਂ ਅਸੀਂ ਪਿੱਛੇ ਰੈਸਟ੍ਰਿਕਸ਼ਨ ਐਂਡ ਨਿਊਕਲੀਅਸ ਦਾ ਐਂਜ਼ਾਈਮ ਦਾ ਨੇਮ ਬਣਾਉਣਾ ਸਿਖਾਇਆ ਨਾ, ਇਹ ਪਲਾਜ਼ਮਿਡ ਦਾ ਨੇਮ ਦੱਸਿਆ ਤੁਹਾਨੂੰ। ਕਿਹੜਾ ਪਲਾਜ਼ਮਿਡ? ਬਹੁਤ ਇੰਪੋਰਟੈਂਟ ਵੈਕਟਰ ਹੈ, ਕਲੋਨਿੰਗ ਵੈਕਟਰ ਹੈ, PBR 322। ਬੱਚੇ ਹੁਣ ਗੱਲ ਸਮਝ ਆ ਗਈ ਤੁਹਾਨੂੰ ਕਿ ਪਲਾਜ਼ਮਿਡਸ ਜਿਹੜੇ ਕਿ DNA ਦੇ ਅੰਦਰ ਪ੍ਰੈਜ਼ੈਂਟ ਹੁੰਦੇ ਆ ਨਾ, ਐਕਸਟਰਾ ਕ੍ਰੋਮੋਸੋਮਲ DNA, ਉਹ ਵੈਕਟਰ ਦਾ ਕੰਮ ਕਰਦੇ ਆ। ਆ ਦੇਖੋ ਆ ਇੱਦਾਂ ਦਾ, ਇਹ ਮੈਂ ਹੁਣ ਅੱਗੇ ਜਾ ਕੇ ਤੁਹਾਨੂੰ ਕਲੋਨਿੰਗ ਵੈਕਟਰ ਦੇ ਫੀਚਰਸ ਪੜ੍ਹਾਉਣੇ ਆ। ਇੱਕ ਕਲੋਨਿੰਗ ਵੈਕਟਰ 'ਚ ਕੀ ਕੀ ਗੁਣ ਹੋਣੇ ਚਾਹੀਦੇ ਆ, ਦੇਖੋ ਉਹਦੇ ਉੱਤੇ ਬਹੁਤ ਸਾਰੀਆਂ ਐਂਟੀਬਾਇਓਟਿਕ ਰੈਜ਼ਿਸਟੈਂਟ ਸਾਈਟਸ ਹੋਣੀਆਂ ਚਾਹੀਦੀਆਂ ਨੇ। ਓਰੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਰ ਨੇ ਦੱਸਿਆ ਹੈਗਾ, ਓਰੀਜਨ ਆਫ ਰੈਪਲੀਕੇਸ਼ਨ ਦੇ ਲਈ ਸਾਈਟ ਹੋਣੀ ਚਾਹੀਦੀ ਹੈ ਨਾ, ਠੀਕ ਹੈ, ਕਿਉਂਕਿ ਇੱਥੇ ਨਵਾਂ DNA ਆ ਕੇ ਜੁੜੇਗਾ, ਠੀਕ ਹੈ ਨਾ, ਤਾਂ ਹੀ ਉਹ ਅੱਗੇ ਮਤਲਬ ਨਵਾਂ DNA ਕੰਮ ਕਰ ਸਕੇਗਾ। ਇਹਦੇ ਨਾਲ ਜੁੜ ਕੇ ਵੈਕਟਰ ਦੇ ਉੱਤੇ ਆ ਕੇ ਜੁੜਨਾ ਉਹਨੇ, ਵਹੀਕਲਸ ਦੇ ਉੱਤੇ ਆ ਕੇ ਜੁੜਨਾ ਉਹਨਾਂ DNA ਨੇ, ਇਹੀ ਦੱਸਿਆ ਹੋਇਆ ਨਾ ਤੁਹਾਨੂੰ। ਅਤੇ ਇੱਥੇ ਜਗ੍ਹਾ ਤਾਂ ਹੋਵੇ ਨਾ, ਤਾਂ ਓਰੀ ਹੈ ਉਹ ਜਗ੍ਹਾ, ਦੱਸਦੇ ਹਾਂ ਡਿਟੇਲ 'ਚ। ਪਹਿਲਾਂ ਹੁਣ ਥੋੜ੍ਹਾ ਜਿਹਾ ਦੇਖ ਲਈਏ ਬੈਕਟੀਰੀਓਫੇਜ ਦੇ ਬਾਰੇ 'ਚ। ਬੈਕਟੀਰੀਓਫੇਜ ਉਹ ਵਾਇਰਸ ਹੁੰਦੇ ਜਿਹੜੇ ਕਿ ਬੈਕਟੀਰੀਆ ਦੇ ਉੱਤੇ ਅਟੈਕ ਕਰਦੇ। ਬੈਕਟੀਰੀਆ ਸੈੱਲ ਦੇ ਅੰਦਰ ਇਹ ਆਪਣਾ DNA ਭੇਜ ਦਿੰਦੇ ਆ, ਬੈਕਟੀਰੀਆ ਸੈੱਲ ਦੇ ਨਾਲ ਜਾ ਕੇ ਵਾਇਰਸ ਆਪਦਾ DNA ਕੰਟੈਕਟ ਬਣਾ ਲੈਂਦਾ, ਆਪਣੇ ਆਪ ਨੂੰ ਮਲਟੀਪਲਾਈ ਕਰਦਾ। ਇਸੇ ਕਰਕੇ ਅਸੀਂ ਵਾਇਰਲ DNA ਨੂੰ ਪ੍ਰੋਫੇਜ਼ ਵੀ ਕਹਿੰਦੇ ਹਾਂ, ਹੈ ਨਾ। ਕੀ ਹੋਇਆ ਕਿ ਪ੍ਰੋਫੇਜ਼ ਬੈਕਟੀਰੀਆ ਸੈੱਲ ਦੇ ਅੰਦਰ ਜਾ ਕੇ ਟੁਕੜਿਆਂ ਦੇ ਵਿੱਚ ਟੁੱਟ ਗਿਆ, ਠੀਕ ਹੈ ਨਾ, ਅਤੇ ਬਾਅਦ ਦੇ ਵਿੱਚ ਬੈਕਟੀਰੀਆ ਸੈੱਲ ਫਟ ਗਿਆ, ਰਿਲੀਜ਼ ਹੋ ਗਏ ਆ ਬਹੁਤ ਸਾਰੇ ਜਿਹੜੇ ਬੈਕਟੀਰੀਓਫੇਜ਼ਿਸ ਦੇ DNA ਜਿਹੜੇ ਆ, ਵਾਇਰਸ ਨੇ ਆਪਣਾ DNA ਵਧਾ ਲਿਆ, ਮਲਟੀਪਲਾਈ ਕਰ ਲਿਆ ਉਹਨੂੰ, ਹੈ ਨਾ, ਠੀਕ ਹੈ। ਸੋ ਇਹ ਕਿਸੇ ਹੋਰ ਨਵੇਂ ਬੈਕਟੀਰੀਆ ਨੂੰ ਜਾ ਕੇ ਇਨਫੈਕਟ ਕਰ ਸਕਦਾ ਹੈ, ਠੀਕ ਹੈ। ਸੋ ਹੁਣ ਇਹਦੇ ਅੰਦਰ, ਠੀਕ ਹੈ, ਕਹਿੰਦਾ ਕੀ ਖਾਸੀਅਤ ਹੈ, ਕਿਉਂ ਜਿਹੜਾ ਵਾਇਰਸ ਹੈਗਾ ਜਿਹੜਾ ਕਿ ਬੈਕਟੀਰੀਆ ਦੇ ਉੱਤੇ ਅਟੈਕ ਕਰਦਾ, ਉਹ ਵਹੀਕਲ ਦੇ ਲਈ ਯੂਜ਼ ਕੀਤਾ ਜਾ ਸਕਦਾ, ਠੀਕ ਹੈ। ਕਿਉਂਕਿ ਇੱਕ ਤਾਂ ਇਹ ਕਿ ਵੀ ਇਹ ਵੱਡੇ DNA ਦੇ ਫਰੈਗਮੈਂਟਸ ਨੂੰ ਵੀ ਆਪਣੇ ਉੱਪਰ ਚੱਕ ਲੇਗਾ। ਦੂਸਰੀ ਗੱਲ, ਇਹਨੂੰ ਕਲੋਨਿੰਗ ਐਕਸਪੈਰੀਮੈਂਟਸ ਦੇ ਵਿੱਚ ਨਾ ਬੈਕਟੀਰੀਓਫੇਜ਼ ਨੂੰ ਡਿਟੈਕਟ ਕਰਨਾ ਬਹੁਤ ਹੀ ਆਸਾਨ ਹੈ, ਪਰ ਫਿਰ ਵੀ ਬੱਚੇ ਬੈਕਟੀਰੀਓਫੇਜ਼ਿਸ ਨਹੀਂ ਵੈਕਟਰ ਦੇ ਤੌਰ 'ਤੇ ਯੂਜ਼ ਕੀਤੇ ਜਾਂਦੇ। ਅਸੀਂ ਪੂਰੇ ਚੈਪਟਰ 'ਚ ਇਹੀ ਪੜ੍ਹਨਾ ਕਿ ਪਲਾਜ਼ਮਿਡਸ ਵੈਕਟਰ ਦੇ ਤੌਰ 'ਤੇ ਯੂਜ਼ ਕੀਤੇ ਜਾਂਦੇ, ਤਾਂ ਹੀ ਉਹਦੀ ਡਾਇਗਰਾਮ ਦਿੱਤੀ ਹੋਈ ਹੈ। ਚਲੀਏ ਅੱਗੇ, ਫੀਚਰਸ ਕਿਹੜੇ ਹੋਣੇ ਚਾਹੀਦੇ ਆ ਕਲੋਨਿੰਗ ਦੇ ਲਈ ਕਿਸੇ ਵੈਕਟਰ ਦੇ ਅੰਦਰ? ਉਹਦੇ ਕੋਲ ਓਰੀਜਨ ਆਫ ਰੈਪਲੀਕੇਸ਼ਨ ਹੋਣਾ ਚਾਹੀਦਾ, ORI, ਠੀਕ ਹੈ ਨਾ, ORI, ਸਮਝਦੇ ਪਏ ਹੋ, ਠੀਕ ਹੈ। ਸੋ ਇਹ ਸਪੈਸੀਫਿਕ ਪੋਰਸ਼ਨ ਹੈਗਾ ਪਲਾਜ਼ਮਿਡ ਦਾ, ਠੀਕ ਹੈ, ਜਿਹੜਾ ਕਿ ਸਟਾਰਟ ਸਿਗਨਲ ਹੈ ਸੈਲਫ ਰੈਪਲੀਕੇਸ਼ਨ ਦੇ ਲਈ। ਨੈਚੁਰਲ ਕੰਡੀਸ਼ਨਸ ਦੇ ਵਿੱਚ ਪਲਾਜ਼ਮਿਡ ਰੈਪਲੀਕੇਟ ਕਰਨਾ ਸ਼ੁਰੂ ਕਰ ਦਿੰਦਾ ਨਾ, ਆਪਣੇ ਅੰਦਰ 20 ਤੋਂ 30 ਕਾਪੀਜ਼ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦਾ ਪਲਾਜ਼ਮਿਡ, ਹੈ ਨਾ। ਸੋ DNA ਦਾ ਕੋਈ ਵੀ, ਠੀਕ ਹੈ, ਜਿਹੜਾ ਪੀਸ ਹੈਗਾ ਜਿਹੜਾ ਕਿ ਇਹਦੇ ਨਾਲ ਜੁੜਨ ਦੇ ਲਈ ਆਇਆ ਹੈ, ਠੀਕ ਹੈ ਨਾ, ਸੋ ਉਹਨੇ ਵੀ ਤਾਂ ਰੈਪਲੀਕੇਟ ਕਰਨਾ ਨਾ, ਇਹਨੇ ਖੁਦ ਵੀ ਰੈਪਲੀਕੇਟ ਕਰਨਾ, ਉਹਨੇ ਵੀ ਰੈਪਲੀਕੇਟ ਕਰਨਾ। ਸੋ ਇੱਥੇ ਜੁੜਨ ਦੇ ਲਈ ਇੱਕ ਸਾਈਟ ਹੋਣੀ ਚਾਹੀਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਓਰੀਜਨ ਆਫ ਰੈਪਲੀਕੇਸ਼ਨ, ORI, ਓਕੇ। ਅੱਗੇ ਤੁਹਾਡੇ ਕੋਲ ਆ ਗਏ ਸਿਲੈਕਟੇਬਲ ਮਾਰਕਰਸ, ਹੈ ਨਾ। ਇਹ ਚੀਜ਼ਾਂ ਨੂੰ 2-3 ਵਾਰੀ ਸੁਣਿਓ, ਤੁਹਾਨੂੰ ਤਾਂ ਸਮਝ ਆਉਣਾ, ਖੁਦ ਵੀ ਪੜ੍ਹਿਓ, ਠੀਕ ਹੈ। ਸੋ ਇਹ ਥੋੜ੍ਹੀ ਜਿਹੀ ਲੈਂਗੁਏਜ ਅਲੱਗ ਹੈ ਨਾ, ਟੈਕਨੀਕਲ। ਸਿਲੈਕਟੇਬਲ ਮਾਰਕਰਸ, ORI ਤੋਂ ਇਲਾਵਾ ਕਲੋਨਿੰਗ ਵੈਕਟਰ ਦੇ ਉੱਤੇ ਸਿਲੈਕਟੇਬਲ ਮਾਰਕਰਸ ਪ੍ਰੈਜ਼ੈਂਟ ਹੋਣੇ ਚਾਹੀਦੇ ਆ, ਹੈ ਨਾ। ਸੋ ਬੱਚੇ ਉਹ ਕੀ ਹੈ, ਹੁਣ ਮਤਲਬ ਕਿ ਜੀਨਸ ਜਿਹੜੀਆਂ ਹੈਗੀਆਂ ਨੇ ਵੈਕਟਰ ਦੇ ਉੱਤੇ, ਮੰਨ ਲਓ ਜੀਨਸ ਵੀ ਪ੍ਰੈਜ਼ੈਂਟ ਹੈ, ਨਾਈਟ੍ਰੋਜਨ ਫਿਕਸੇਸ਼ਨ ਦੇ ਲਈ ਵੀ ਜੀਨਸ ਪ੍ਰੈਜ਼ੈਂਟ ਹੈਗੀਆਂ ਨੇ, ਟਿਊਮਰ ਬਣਾਉਣ ਵਾਲੀਆਂ ਜੀਨਸ ਵੀ ਪ੍ਰੈਜ਼ੈਂਟ ਹੈ, ਐਂਟੀਬਾਇਓਟਿਕ ਨੂੰ ਰੈਜ਼ਿਸਟ ਕਰਨ ਵਾਲੀਆਂ ਜੀਨਸ ਵੀ ਪ੍ਰੈਜ਼ੈਂਟ ਹੈ। ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੈਕਟੀਰੀਆ ਦੇ ਲਈ ਤਾਂ ਐਂਟੀਬਾਇਓਟਿਕ ਰੈਜ਼ਿਸਟ ਕਰਨ ਵਾਲੀਆਂ ਜੀਨਸ ਫਾਇਦੇਮੰਦ ਹੈ, ਉਹ ਬੈਕਟੀਰੀਆ ਦੇ ਉੱਤੇ ਐਂਟੀਬਾਇਓਟਿਕ ਦਾ ਅਸਰ ਹੀ ਨਹੀਂ ਹੋਣ ਦੇਣ ਡੀਆਂ, ਹੈ ਨਾ, ਠੀਕ ਹੈ। ਸੋ ਇੱਕ ਜੀਨ, ਠੀਕ ਹੈ, ਜਿਹੜੀ ਕਿ ਕੀ ਕਰਦੀ ਪਈ ਹੈ, ਰੈਜ਼ਿਸਟੈਂਸ ਲੈ ਕੇ ਆ ਰਹੀ ਹੈ, ਕਿਹੜੇ ਐਂਟੀਬਾਇਓਟਿਕਸ ਨੂੰ ਰੈਜ਼ਿਸਟ ਕਰਨ ਦੇ ਲਈ ਬੈਕਟੀਰੀਆ ਦੇ ਅੰਦਰ ਜੀਨ ਹੈਗੀ ਹੈ, ਜਿੱਦਾਂ ਕਿ ਐਮਪੀਸਾਈਕਲਿਨ, ਕਲੋਰਐਂਫਲੀਕੋਲ, ਟੈਟਰਾਸਾਈਕਲਿਨ, ਹੈ ਨਾ, ਠੀਕ ਹੈ। ਸੋ ਇਹ ਇੱਕ ਤਰ੍ਹਾਂ ਦੇ ਈਕੋਲਾਈ ਬੈਕਟੀਰੀਆ ਦੇ ਉੱਤੇ ਸਿਲੈਕਟੇਬਲ ਮਾਰਕਰਸ ਹੈ, ਸਮਝਦੇ ਪਏ ਹੋ ਗੱਲ ਨੂੰ। ਮਤਲਬ ਕਿ ਇਹ ਡਿਫਰੈਂਟ ਸਾਈਟਸ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਕਿ ਐਂਟੀਬਾਇਓਟਿਕ ਨੂੰ ਰੈਜ਼ਿਸਟ ਕਰਨ, ਇਹ ਵੈਕਟਰ ਦੇ ਉੱਤੇ ਜ਼ਰੂਰ ਹੋਣੀਆਂ ਚਾਹੀਦੀਆਂ, ਜਿੱਦਾਂ ਕਿ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੀ ਹਾਂ, ਹੈ ਨਾ। ਸੋ ਇਹਦੇ 'ਚ ਸਿਲੈਕਟੇਬਲ ਮਾਰਕਰਸ, ਠੀਕ ਹੈ ਨਾ। ਸੋ ਐਂਟੀਬਾਇਓਟਿਕ ਰੈਜ਼ਿਸਟੈਂਟ ਸਾਈਟਸ, TETR, ਇਹਨਾਂ ਨੂੰ ਰੈਕੋਗਨੀਸ਼ਨ ਸਾਈਟ ਵੀ ਅਸੀਂ ਅੱਗੇ ਜਾ ਕੇ ਕਵਾਂਗੇ, ਸਮਝਦੇ ਪਏ ਹੋ ਗੱਲ ਨੂੰ, ਠੀਕ ਹੈ। ਬਹੁਤ ਸਾਰੀਆਂ ਰੈਸਟ੍ਰਿਕਸ਼ਨ ਸਾਈਟਸ ਦੱਸਿਆ ਸੀ ਤੁਹਾਨੂੰ, HIND 1, HIND 2, ਹੈ ਨਾ, HIND 3, ECOR1, BAM H1, ਠੀਕ ਹੈ। ਸੋ ਆ BAM, ਸਮਝਦੇ ਪਏ ਹੋ, BAM HI, SAL1, ਠੀਕ ਹੈ ਨਾ। ਸੋ ਇਹ ਕੀ ਹੈ, ਬਹੁਤ ਸਾਰੀਆਂ ਰੈਸਟ੍ਰਿਕਸ਼ਨ
ਰਿਕਗਨੀਸ਼ਨ ਸਾਈਟਸ ਹੈਗੀਆਂ ਨੇ, ਸਿਲੈਕਟੇਬਲ ਮਾਰਕਰਸ ਪ੍ਰੈਜ਼ੈਂਟ ਹੈਗੇ ਆ। ਸੋ ਵੈਕਟਰ ਦੇ ਉੱਤੇ ਹੋਣੇ ਚਾਹੀਦੇ ਆ। ਸੋ ਤੁਸੀਂ ਇੱਥੇ ਮੇਨ ਮੰਨ ਕੇ ਚੱਲੋ ਕਿ ਵੈਕਟਰ ਦੇ ਉੱਤੇ ਸਿਲੈਕਟੇਬਲ ਮਾਰਕਰ ਕੌਣ ਹੈ? ਐਂਟੀਬਾਇਓਟਿਕ ਨੂੰ ਰੈਜ਼ਿਸਟ ਕਰਨ ਵਾਲੀਆਂ ਜੀਨਸ। ਇੰਨਾ ਹੀ ਬਹੁਤ ਹੈ ਤੁਹਾਡੇ ਲਈ। ਆ ਜਾਓ ਹੁਣ ਰੈਕੋਗਨੀਸ਼ਨ ਸਾਈਟਸ ਦੇ ਉੱਤੇ ਜਾਂ ਫਿਰ ਕਲੋਨਿੰਗ ਸਾਈਟ ਦੇ ਉੱਤੇ, ਹੈ ਨਾ, ਠੀਕ ਹੈ। ਸੋ ਵੈਕਟਰ ਦੇ ਉੱਤੇ ਪ੍ਰੈਜ਼ੈਂਟ ਹੋਣੀਆਂ ਚਾਹੀਦੀਆਂ। ਤੁਹਾਨੂੰ ਪਤਾ ਹੀ ਹੈ ਬੱਚੇ, ਫਿਰ ਤੋਂ ਦੁਬਾਰਾ ਰਿਸਟ੍ਰਿਕਸ਼ਨ ਸਾਈਟਸ ਵੈਕਟਰ ਦੇ ਉੱਤੇ ਉਹ ਸਾਈਟਸ ਹੈ ਜਿੱਥੋਂ ਦੀ ਕਿ ਰਿਸਟ੍ਰਿਕਸ਼ਨ ਐਂਡੋਨਿਊਕਲੀਏਜ਼ ਐਂਜ਼ਾਈਮ ਨੇ ਵੈਕਟਰ ਨੂੰ ਕੱਟ ਲਗਾਉਣਾ ਹੈ ਅਤੇ ਫੋਰਨਰ DNA ਉੱਥੇ ਐਡ ਕਰਨਾ ਹੈ। ਉਹਨਾਂ ਨੂੰ ਕਹਿੰਦੇ ਰੈਕੋਗਨੀਸ਼ਨ ਸਾਈਟ। ਮੈਂ ਪਿੱਛੇ ਵੀ ਡਿਟੇਲ ਦੇ ਵਿੱਚ ਸਮਝਾਇਆ, ਹੈ ਨਾ, ਠੀਕ ਹੈ। ਸੋ ਫਰੈਗਮੈਂਟਸ ਜੋੜਨੇ ਆ। ਜੇਕਰ ਅਸੀਂ ਦੇਖੀਏ ਏਲੀਅਨ DNA ਦੀ ਤੁਸੀਂ, ਠੀਕ ਹੈ ਨਾ, ਰਿਸਟ੍ਰਿਕਸ਼ਨ ਸਾਈਟ ਦੇ ਉੱਤੇ ਤੁਸੀਂ ਏਲੀਅਨ DNA ਜਾਂ ਫੋਰਨਰ DNA ਐਡ ਕਰਨ ਜਾ ਰਹੇ ਹੋ, ਫਿਰ ਉਹੀ ਗੱਲ ਆ ਗਈ, ਉੱਥੇ ਐਂਟੀਬਾਇਓਟਿਕ ਰੈਜ਼ਿਸਟੈਂਟ ਜੀਨਸ ਹੋਣੀਆਂ ਚਾਹੀਦੀਆਂ ਨੇ, ਸਿਲੈਕਟੇਬਲ ਮਾਰਕਰ ਹੋਣਾ ਚਾਹੀਦਾ ਹੈ ਨਾ। ਮੰਨ ਲਓ, ਠੀਕ ਹੈ, ਕਹਿੰਦਾ ਤੁਸੀਂ ਕੋਈ ਵੀ ਬਾਹਰਲਾ DNA ਲਿਆ, ਹੈ ਨਾ, ਵੈਕਟਰ ਦੇ BAM H1 ਸਾਈਟ ਦੇ ਉੱਤੇ, ਠੀਕ ਹੈ, ਤੁਸੀਂ ਉਹਨੂੰ ਫੋਰਨਰ DNA ਨੂੰ ਪਾ ਦਿੱਤਾ। ਅੱਛਾ, ਉੱਥੇ ਕੀ ਪਈਆਂ ਹੋਈਆਂ ਸੀ? ਸਿਲੈਕਟੇਬਲ ਮਾਰਕਰ ਟੈਟਰਾਸਾਈਕਲਿਨ ਨੂੰ ਰੈਜ਼ਿਸਟ ਕਰਨ ਵਾਲੀਆਂ ਜੀਨਸ ਪਈਆਂ ਹੋਈਆਂ ਸੀ। ਸਮਝਦੇ ਪਿਓ? PBR322 ਵੈਕਟਰ ਜਿਹੜਾ ਸੀ ਉਹਦੇ ਉੱਤੇ ਟੈਟਰਾਸਾਈਕਲਿਨ, ਸਮਝਦੇ ਬੱਚੇ, ਕਿਹੜੀ ਐਂਟੀਬਾਇਓਟਿਕ ਨੂੰ ਰੈਜ਼ਿਸਟ ਕਰਨ ਵਾਲੀਆਂ ਜੀਨਸ ਪਈਆਂ ਹੋਈਆਂ ਸੀ? ਟੈਟਰਾਸਾਈਕਲਿਨ। ਅਤੇ BAM H1 ਸਾਈਟ ਦੇ ਉੱਤੇ ਤੁਸੀਂ ਫੋਰਨਰ DNA ਪਾ ਦਿੱਤਾ। ਇਹ ਜੋ ਤੁਸੀਂ ਇੰਸਰਸ਼ਨ ਕੀਤੀ ਨਾ ਫੋਰਨਰ DNA ਦੀ, ਇਹਦੇ ਨਾਲ ਕੀ ਹੋਇਆ ਐਕਚੁਅਲੀ ਦੇ ਵਿੱਚ, ਠੀਕ ਹੈ। ਸੋ ਜਿਹੜਾ ਨਵਾਂ ਰੀਕੰਬੀਨੈਂਟ ਪਲਾਜ਼ਮਿਡ DNA ਬਣਿਆ ਨਾ, ਉਹਦੇ ਵਿੱਚ ਟੈਟਰਾਸਾਈਕਲਿਨ ਨੂੰ ਰੈਜ਼ਿਸਟ ਕਰਨ ਦੀ ਕਪੈਸਿਟੀ ਖਤਮ ਹੋ ਗਈ। ਇੱਦਾਂ ਦਾ ਜਿਹੜਾ ਰੀਕੰਬੀਨੈਂਟ ਪਲਾਜ਼ਮਿਡ ਜਿਹੜਾ ਹੈਗਾ, ਠੀਕ ਹੈ, ਤੁਸੀਂ ਉਹਨੂੰ ਸਿਲੈਕਟ ਕਰ ਸਕਦੇ ਹੋ ਨੋਨ ਰੀਕੰਬੀਨੈਂਟ ਪਲਾਜ਼ਮਿਡ ਦੇ ਵਿੱਚੋਂ ਦੀ, ਕਿਉਂਕਿ ਤੁਸੀਂ ਉਹਨੂੰ ਐਂਪਲੀਸਾਈਕਲਿਨ ਮੀਡੀਅਮ ਦੇ ਵਿੱਚ ਪਾ ਦਿਓ। ਜਿਹੜਾ ਤਾਂ ਰੀਕੰਬੀਨੈਂਟ ਅਤੇ ਨੋਨ ਰੀਕੰਬੀਨੈਂਟ ਪਲਾਜ਼ਮਿਡ ਦਾ ਜਿਹੜਾ ਮਿਕਸਚਰ ਹੈਗਾ, ਉਹਨੂੰ ਹੁਣ ਟੈਟਰਾਸਾਈਕਲਿਨ ਵਾਲੇ ਕੰਬੀਨੇਸ਼ਨ 'ਚ ਵੀ ਪਾ ਦਿਓ, ਹੈ ਨਾ। ਜਿਹੜੇ ਤਾਂ ਨੋਨ ਰੀਕੰਬੀਨੈਂਟ ਹੋਣਗੇ ਬੱਚੇ, ਉਹ ਮੀਡੀਅਮ 'ਚ ਗਰੋ ਕਰ ਜਾਣਗੇ। ਕਿਉਂਕਿ ਉਹਨਾਂ ਦੇ ਕੋਲ ਟੈਟਰਾਸਾਈਕਲਿਨ ਨੂੰ ਰੈਜ਼ਿਸਟ ਕਰਨ ਵਾਲੀਆਂ ਜੀਨਸ ਹੈ ਨੇ। ਪਰ ਸਗਾ ਜਿਹੜਾ ਤੁਸੀਂ ਨਵਾਂ ਰੀਕੰਬੀਨੈਂਟ ਪਲਾਜ਼ਮਿਡ ਬਣਾਇਆ ਨਾ, ਉਹਦੇ 'ਚ ਉਹ ਕਪੈਸਿਟੀ ਲੋਸ ਹੋ ਚੁੱਕੀ ਹੈ। ਸੋ ਇਸ ਤਰੀਕੇ ਦੇ ਨਾਲ ਤੇ ਕਿ ਤੁਸੀਂ ਰੀਕੰਬੀਨੈਂਟ ਅਤੇ ਨੋਨ ਰੀਕੰਬੀਨੈਂਟ ਪਲਾਜ਼ਮਿਡਸ ਨੂੰ ਇੱਕ ਦੂਸਰੇ ਤੋਂ ਡਿਸਟਿੰਗੁਇਸ਼ ਕਰ ਸਕਦੇ ਹੋ। ਮੈਂ ਫਿਰ ਤੋਂ ਦੁਬਾਰਾ ਤੁਹਾਨੂੰ ਇੱਕ ਗੱਲ ਸਮਝਾਉਣ ਲੱਗੀ ਹਾਂ, ਠੀਕ ਹੈ। ਸੋ ਕੀ ਹੋਇਆ ਕਿ ਤੁਸੀਂ ਰੀਕੰਬੀਨੈਂਟ DNA ਤਿਆਰ ਕੀਤਾ, ਠੀਕ ਹੈ ਬੱਚੇ। PBR322 ਦੀ ਟੈਟਰਾਸਾਈਕਲਿਨ ਰੈਜ਼ਿਸਟੈਂਟ ਜੀਨ ਜਿਹੜੀ ਸੀ, ਉਹਦੀ ਸਾਈਟ ਜਿਹੜੀ ਸੀ, ਉੱਥੇ ਫੋਰਨਰ DNA ਪਾ ਦਿੱਤਾ। ਪਰ ਜਿਹੜਾ ਤੁਸੀਂ ਇਹ ਨਵਾਂ ਪਲਾਜ਼ਮਿਡ ਤਿਆਰ ਕੀਤਾ ਨਾ, ਇਹਦੇ ਨਾਲ ਕੀ ਹੋਇਆ ਕਿ ਸਗਾ ਉਹਦੀ ਟੈਟਰਾਸਾਈਕਲਿਨ ਨੂੰ ਰੈਜ਼ਿਸਟ ਕਰਨ ਦੀ ਕਪੈਸਿਟੀ ਖਤਮ ਹੋ ਗਈ। ਤਾਂ ਫਿਰ ਬੱਚੇ, ਜੇ ਉਹਦੀ ਕਪੈਸਿਟੀ ਖਤਮ ਹੋ ਗਈ ਰੈਜ਼ਿਸਟ ਕਰਨ ਦੀ, ਤਾਂ ਫਿਰ ਤਾਂ ਟੈਟਰਾਸਾਈਕਲਿਨ ਨੇ ਤਾਂ ਉਸ ਬੈਕਟੀਰੀਆ ਨੂੰ ਮਾਰ ਦੇਣਾ, ਉਸ ਪਲਾਜ਼ਮਿਡ ਨੂੰ ਮਾਰ ਦੇਣਾ। ਪਰ ਜਿਹੜੇ ਨੋਨ ਰੀਕੰਬੀਨੈਂਟ ਸੀਗੇ ਨਾ, ਜਿਨ੍ਹਾਂ 'ਚ ਤੁਸੀਂ ਕੋਈ ਵੀ ਨਵਾਂ DNA ਨਹੀਂ ਸੀ ਪਾਇਆ, ਉਹਨਾਂ ਨੇ ਸਰਵਾਈਵ ਕਰ ਜਾਣਾ। ਕਿਉਂਕਿ ਉਹਨਾਂ ਦੇ ਕੋਲ ਐਂਟੀਬਾਇਓਟਿਕ ਰੈਜ਼ਿਸਟੈਂਟ ਜੀਨਸ ਹੈਗੀਆਂ ਨੇ। ਸਮਝਦੇ ਪਿਓ? ਠੀਕ ਹੈ। ਸੋ ਇੱਥੇ ਤੱਕ ਸੁਣੋ।